Morning, students. So now let us continue with our lecture on determiners. So in the last lecture we had discussed articles. That is also a type of determiners only. So which are the three articles: a, an, and the. So there are some rules that have to be followed when we are filling in articles. So just have a look at that. So this is just a kind of a revision. So I have told you the rules in detail in my last lecture only. So now let us start. So we'll be doing some sentences in which articles are to be filled in. So articles means a, an, and the. So now let us start. So first is French defeated the Germans. So what will be filled here? The French defeated the Germans. Clear? So here French means the people of France. Okay, so the French army here to be specific. Anyhow, French here means the people of France, and Germans here means people of Germany. Okay, so when we are using French in the sense of the people of France, then the has to be used. But when we are using French to specify the language of France, then the will not be used. So languages to pehla the nahi aana. This we did in the last lecture also. We discussed in the last lecture also. So ਖਾਸ ਅਸੀਂ ਕੀ ਗੱਲ ਕੀਤੀ ਸੀ ਕਿ ਕਿੱਥੇ ਓਮਿਸ਼ਨ ਹੁੰਦੀ ਹੈ। ਠੀਕ ਹੈ, ਲਾਸਟ ਲੈਕਚਰ ਦਾ ਜਿਹੜਾ ਲਾਸਟ ਪਾਰਟ ਸੀਗਾ ਉਹਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਸੀ, ਵੇਅਰ ਦ ਆਰਟੀਕਲ ਹੈਜ਼ ਟੂ ਬੀ ਓਮਿਟਡ। ਓਮਿਟਡ ਮੀਨਸ ਜਿੱਥੇ ਯੂਜ਼ ਨਹੀਂ ਹੁੰਦਾ। ਕਲੀਅਰ, ਦ ਜਿੱਥੇ ਯੂਜ਼ ਨਹੀਂ ਹੁੰਦਾ ਉੱਥੇ ਆਪਾਂ ਖਾਸ ਕੀ ਗੱਲ ਕੀਤੀ ਸੀ, ਲੈਂਗੁਏਜਸ ਤੋਂ ਪਹਿਲਾਂ ਦ ਨਹੀਂ ਆਉਂਦਾ। ਕਲੀਅਰ, ਪਰ ਇੱਥੇ ਆਪਾਂ ਕਿੱਦਾਂ ਗੱਲ ਕਰ ਰਹੇ ਹਾਂ, ਫਰੈਂਚ ਹੀਅਰ ਮੀਨਸ ਦ ਪੀਪਲ ਆਫ ਫਰਾਂਸ। ਸੋ ਹੀਅਰ ਜਦੋਂ ਇੱਦਾਂ ਆਪਾਂ ਯੂਜ਼ ਕਰ ਰਹੇ ਹਾਂ ਫਿਰ ਦ ਯੂਜ਼ ਹੋਊਗਾ। ਨੈਕਸਟ ਇਜ਼ ਸਨ ਸ਼ਾਈਨਸ ਬ੍ਰਾਈਟਲੀ। ਕਲੀਅਰ, ਸੋ ਇੱਥੇ ਵੀ ਕੀ ਆਏਗਾ, ਦ ਆਏਗਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਯੂਨੀਵਰਸ ਦੇ ਵਿੱਚ ਇੱਕੋ ਇੱਕ ਹੈ, ਜਿਹੜੀਆਂ ਕਿ ਦ ਯੂਨੀਕ ਵਨਸ ਯੂ ਮੇ ਸੇ, ਉਹਨਾਂ ਦੇ ਅੱਗੇ ਕੀ ਆਏਗਾ, ਦ ਆਏਗਾ। ਫੋਰ ਐਗਜ਼ਾਮਪਲ ਦ ਸਨ, ਦ ਮੂਨ, ਦ ਸਟਾਰਸ, ਦ ਅਰਥ, ਇਹ ਜਿਹੜੇ ਇੱਕੋ ਇੱਕ ਹੈਗੇ ਉਹਨਾਂ ਦੇ ਅੱਗੇ ਕੀ ਆਏਗਾ, ਦ ਆਏਗਾ। ਸੋ ਦ ਸਨ ਸ਼ਾਈਨਸ ਬ੍ਰਾਈਟਲੀ। ਨਾਓ ਆਇਰਨ ਇਜ਼ ਡੈਸ਼ ਯੂਜ਼ਫੁਲ ਮੈਟਲ। ਸੋ ਆਪਾਂ ਕੀ ਇਹਨੂੰ ਪਹਿਲਾਂ ਟਰਾਂਸਲੇਟ ਕਰਕੇ ਵੀ ਦੇਖ ਸਕਦੇ ਹਾਂ। ਆਇਰਨ ਇਜ਼ ਅ, ਸੋ ਇੱਥੇ ਕੀ ਆਏਗਾ, ਏ ਆਏਗਾ। ਸੋ ਲੋਹਾ ਇੱਕ ਫਾਇਦੇਮੰਦ ਮੈਟਲ ਹੈ। ਕਲੀਅਰ, ਆਪਾਂ ਇਹਨੂੰ ਇੱਦਾਂ ਹੀ ਟਰਾਂਸਲੇਟ ਕਰਾਂਗੇ ਨਾ। ਸੋ ਹੀਅਰ ਕੀ ਆਏਗਾ, ਆਇਰਨ ਇਜ਼ ਅ ਯੂਜ਼ਫੁਲ ਮੈਟਲ। ਕਲੀਅਰ, ਸੋ ਦਿਸ ਸਟਾਰਟਸ ਵਿਦ ਯੂ। ਕਲੀਅਰ, ਸੋ ਇੱਥੇ ਕੀ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਜਿੱਥੇ ਏ, ਈ, ਆਈ, ਓ, ਯੂ, ਦੀਜ਼ ਆਰ ਦ ਵਾਊਲਸ, ਕਿ ਉਹਨਾਂ ਦੇ ਅੱਗੇ ਤਾਂ ਐਨ ਆਉਣਾ ਹੈਗਾ। ਕਲੀਅਰ, ਪਰ ਇੱਥੇ ਆਪਾਂ ਨੂੰ ਕੀ ਦਿਮਾਗ 'ਚ ਰੱਖਣਾ ਕਿ ਵਾਊਲ ਸਾਊਂਡਸ ਹੈਗੇ ਨਾ ਕਿ ਵਾਊਲਸ। ਕਲੀਅਰ, ਕਿ ਵੀ ਹੈਵ ਟੂ ਗੋ ਬਾਈ ਦ ਸਾਊਂਡਸ। ਸੋ ਦੋ ਇਟ ਸਟਾਰਟਸ ਵਿਦ ਯੂ, ਆਇਰਨ ਇਜ਼ ਅ ਯੂਜ਼ਫੁਲ ਮੈਟਲ। ਕਲੀਅਰ, ਪਰ ਹੁਣ ਜੇ ਆਪਾਂ ਇੱਦਾਂ ਦੇਖੀਏ ਤਾਂ ਇਹਦੇ ਅੱਗੇ ਕੀ ਆਉਣਾ ਚਾਹੀਦਾ ਸੀ, ਐਨ ਆਉਣਾ ਚਾਹੀਦਾ ਸੀ, ਪਰ ਨਹੀਂ ਆਏਗਾ ਕਿਉਂਕਿ ਅਸੀਂ ਉਚਾਰਨ ਦੇ ਪਿੱਛੇ ਜਾਣਾ। ਸੋ ਉਚਾਰਨ ਜਦੋਂ ਆਪਾਂ ਇਹਦਾ ਕਰਕੇ ਦੇਖਾਂਗੇ ਤਾਂ ਕੀ ਹੈਗਾ, ਪ੍ਰੋਨੰਸੀਏਸ਼ਨ ਇਹਦੀ ਕੀ ਹੈ, ਯੂਜ਼ਫੁਲ। य ਦੀ ਸਾਊਂਡ ਆ ਰਹੀ ਹੈ, ਵਾਈ ਦੀ ਸਾਊਂਡ ਆ ਰਹੀ ਹੈ, ਐਂਡ ਵਾਈ ਇਜ਼ ਅ ਕੌਨਸੋਨੈਂਟ, ਔਰ ਕੌਨਸੋਨੈਂਟਸ ਦੇ ਅੱਗੇ ਫਿਰ ਕੀ ਲੱਗਦਾ ਹੈਗਾ, ਏ ਲੱਗਦਾ ਹੈ। ਕਲੀਅਰ, ਸੋ ਆਊਟ ਆਫ 26 ਐਲਫਾਬੈਟਸ, 26 ਹੁੰਦੇ ਨਾ ਐਲਫਾਬੈਟਸ ਇੰਗਲਿਸ਼ ਦੇ, ਉਹਨਾਂ ਵਿੱਚੋਂ 5 ਕੀ ਹੈਗੇ, ਵਾਊਲਸ, ਅਤੇ ਬਾਕੀਆਂ ਨੂੰ ਆਪਾਂ ਕੀ ਕਹਿੰਦੇ ਹਾਂ, ਕੌਨਸੋਨੈਂਟਸ। ਸੋ ਇੱਥੇ ਵੀ ਹੈਵ ਟੂ ਗੋ ਬਾਈ ਦ ਪ੍ਰੋਨੰਸੀਏਸ਼ਨ ਓਨਲੀ। ਇਸੇ ਤਰ੍ਹਾਂ ਨੈਕਸਟ ਦੇਖੋ, ਆਈ ਬੌਟ। ਸੋ ਇਹਨੂੰ ਵੀ ਟਰਾਂਸਲੇਟ ਕਰਕੇ ਆਪਾਂ ਦੇਖਾਂਗੇ ਕਿ ਮੈਂ ਇੱਕ ਘੋੜਾ ਖਰੀਦਿਆ, ਔਕਸ, ਅਤੇ ਇੱਕ ਬਫਲੋ। ਠੀਕ ਹੈ, ਸੋ ਹੁਣ ਇੱਥੇ ਕੀ ਕਰਾਂਗੇ ਆਪਾਂ, ਅਗੇਨ ਆਈ, ਹੁਣ ਇੱਕ ਖਰੀਦਿਆ ਤਾਂ ਇੱਕ ਦੇ ਵਿੱਚ ਤਾਂ ਏ ਆਉਣਾ ਚਾਹੀਦਾ। ਸੋ ਆਈ ਬੌਟ ਅ ਹੌਰਸ, ਪਰ ਇਹ ਹੁਣ ਕੀ ਹੈਗੀ ਹੈ, ਇਟ ਸਟਾਰਟਸ ਵਿਦ ਓ, ਅਤੇ ਇਹਦੀ ਉਚਾਰਨ ਵੀ ਔ ਤੋਂ ਹੈਗਾ, ਐਂਡ ਔ ਇਜ਼ ਅ ਵਾਊਲ। ਦੇਅਰਫੋਰ I bought a horse, an ox and a buffalo. Clear? Next देखो, John got best present। ਹੁਣ ਆਪਾਂ ਹੋਰ ਕੀ ਗੱਲ ਕੀਤੀ ਸੀ ਕਿ ਜਿੱਥੇ ਸੁਪਰਲੇਟਿਵਸ ਹੈਗੇ ਆ,
जिथे एडजैक्टिव सुपरलेटिव है, थर्ड फॉर्म ऑफ द एडजैक्टिव है जिथे पॉजिटिव कंपैरेटिव ते सुपरलेटिव। सो गुड बैटर बेस्ट, सो जिथे बेस्ट आ गया सुपरलेटिव फॉर्म आ गई, उहदे अगे की आएगा द आएगा। सो जॉन गॉट द बेस्ट प्रेजेंट, सो जॉन गॉट द बेस्ट प्रेजेंट, सो सुपरलेटिव दे अगे भी की आएगा द आएगा। इंग्लिश इज़ डैश ईजी लैंग्वेज, सो इंग्लिश एक सौखी भाषा है, एक आना इत्थे ते ई दी प्रोनाउंसिएशन हैगी है एंड इट इज़ अ वाउल साउंड, देयरफॉर इंग्लिश इज़ एन ईजी लैंग्वेज। नैक्सट देखो, लैट अस डिस्कस डैश मैटर सीरियसली। हुण इत्थे या तां ए आ सकदा सी या द आएगा, पर इत्थे की आएगा द आएगा। क्यों? क्योंकि द कित्थे आंदा जिथे कि आपां किसी खास चीज़ जिहदे बारे कि पहला डिस्कस हो चुका है या जिहड़ी कि अनजानी चीज़ नहीं है, जिहड़ी कि जिहदे बारे असी पहला खास हैगी है गल कर चुके हैं, उहदे अगे फिर की आंदा द आंदा। क्लीयर? सो लैट अस डिस्कस डैश मैटर सीरियसली। हुण इत्थे तुहानूं यू विल हैव टू यूज़ योर इमैजीनेशन कि इत्थे ए आना चाहिए कि द आना चाहिए। सो इनू ज़रा सोच के देखो, जो आपां कहने आ कि इस मुद्दे नूं या इस मामले नूं सानूं गंभीरता नाल विचारना चाहिए, इहदा मतलब कि वो जिहड़ा मैटर है वो नवां नहीं है, बल्कि ਉਹਦੇ बारे पहला भी चर्चा हो चुकी, जिहदे करके कि आपां की कह रहे हैं कि इहनूं हुण सीरीयसली देखना है। क्लीयर? सो इत्थों दी इफ़ यू यूज़ योर इमैजीनेशन एंड इफ़ यू ट्राई टू अंडरस्टैंड, तो तुहानूं खुद समझ आ जाऊगी कि ये चीज़ पहला भी डिस्कस हो चुकी है। लैट अस डिस्कस द मैटर सीरीयसली, कि ये मैटर किहड़ा हैगा जिहदे बारे पहला भी गल हो चुकी है, इस करके इत्थे की आएगा द आएगा। लैट अस डिस्कस द मैटर सीरीयसली। नैक्सट देखो, रमा हैज़ कम विदाउट, सो इत्थे की आएगा अंब्रैला हैगा। क्लीयर? सो साउंड इहदी की हैगी है, प्रोनाउंसिएशन इहदी किहदे तो हैगी अ तो। क्लीयर? इहदे स्पैलिंग्स यू तो हैगे है। सो आपां वी हैव टू गो बाय द साउंड ओनली। तो इत्थे की आऊगा ए दी साउंड आ रही है और ए की हैगा आ की हैगा, इट इज़ अ वाउल, देयरफॉर इत्थे की आऊगा रमा हैज़ कम विदाउट एन अंब्रेला। नैक्सट देखो, ओनली बेस्ट क्वालिटी सोल्ड बाय अस, सो इत्थे क्या आऊगा, क्योंकि सुपरलेटिव है, थर्ड फॉर्म ऑफ द एडजेक्टिव है, इस करके क्या आएगा ओनली द बेस्ट क्वालिटी सोल्ड बाय अस। नैक्सट देखो, वॉट डैश ब्यूटिफुल सीन दिस इज़, कितना सोहना दृश्य है, वॉट अ ब्यूटिफुल सीन दिस इज़, what a beautiful scene this is। now next देखो, I like dash dress she is wearing। क्लियर? हुण इहदे तो की पता लग गया कि आपां किहदे अगे द लगाने आ जिहड़ी कि चीज़ पहला डिस्कस हो चुकी है, जिहड़ी खास है। क्लियर? सो उहदे अगे आपां की लगाने द लगाने आ, तो इत्थे की आऊगा कि जिहड़ी ड्रैस, क्योंकि तुसीं स्पैसीफाई कर रहे हो कि जिहड़ी उहने पाई हुई है, इहदा मतलब कि खास चीज़ आपां गल कर रहे हैं। सो इत्थे की आऊगा, सो क्योंकि आ यूज़ हो गया शी इज़ वेयरिंग। क्लियर? सो इस करके खास हो गई। सो इत्थे क्या होगा, आई लाइक द ड्रेस शी इज़ वेयरिंग, आई लाइक द ड्रेस शी इज़ वेयरिंग। नेक्स्ट देखो, मार्च इज़ डैश थर्ड मंथ ऑफ डैश ईयर। सो इत्थे क्या होगा, मार्च इज़ द थर्ड मंथ ऑफ द ईयर। क्लियर? सो ऑर्डिनल्स के अगे की आएगा थर्ड इज़ एन ऑर्डिनल, देयरफॉर द मार्च इज़ द थर्ड मंथ ऑफ द ईयर, कि साल का तीजा महीना है। वी स्टार्टिड लेट इन द आफ्टरनून। क्लियर? सो जोड़े दिन के पार्ट्स है उन्होंने अगे भी की आंदा द आंदा। वी स्टार्टिड लेट इन द आफ्टरनून। आई फस्ट मैट हिम, हुण इत्थे की आएगा, तुसीं की कहना चाहते हो कि मैं उन्होंने 1 साल पहला मिलिया। आई फस्ट मैट हिम डैश ईयर एगो। सो इत्थे हुण की आएगा, तुसीं एक कहना चाहते हो ना। सो एक जो आप कहने तो फिर की आंदा है ए या एन। सो इत्थे की आएगा, क्लियर? सो इत्थे की आएगा, आई फस्ट मैट हिम। सो आप बहुत बारी ईयर कह दें, तो जे आप ईयर कहने फिर तो इत्थे की आना चाहिए एन, क्योंकि ई की हैगी है, ई इज़ वाउल ओनली,
पर आप इत्थे की लगावांगे ए। क्यों? क्योंकि आपां इहदी प्रोनंसिएशन जिहड़ी हुंदी है YEAR, ईयर नहीं हुंदी, ईयर हुंदी है। क्लीयर? सो बिकॉज इट इज़ प्रोनाउंसड एज ईयर, सो वाई की साउंड आ रही है, तो वाई की है, वाई इज़ अ कॉन्सोनेंट, देयरफॉर इत्थे क्या आऊगा? ए आऊगा। आई फर्स्ट मैट हिम अ ईयर एगो। बहुत बारी आपां कहने ईयर, इट इज़ नॉट ईयर, इट इज़ ईयर। सो य की साउंड है, वाई की साउंड एंड वाई इज़ अ कॉन्सोनेंट, इस करके इत्थे की आना है? ए आना है। हुण नैक्सट देखो यैसटरडे। हुण ये जिहड़ी ਇਹ वर्ड ਕਾਹਦੇ ਨਾਲ ਸ਼ੁਰੂ ਹੋ ਰਿਹਾ? ਈ ਨਾਲ। ਸੋ ਆਪਾਂ ਕੀ ਦੇਖਦੇ ਹਾਂ, ਆਪਾਂ ਕਨਫਿਊਜ਼ ਹੋ ਸਕਦੇ ਹਾਂ ਵੀ ਈ ਤਾਂ ਵਾਉਲ ਹੈਗਾ, ਇਹਦੇ ਅੱਗੇ ਇਹ ਐਨ ਤਾਂ ਨਹੀਂ ਲੱਗਣਾ। ਸੋ ਇੱਥੇ ਵੀ ਆਪਾਂ ਕੀ ਦੇਖਣੀ ਹੈਗੀ? ਉਚਾਰਨ ਦੇਖਣਾ ਹੈ। ਸੋ ਯੈਸਟਰਡੇ ਇਹਦਾ ਉਚਾਰਨ ਕੀ ਹੈਗਾ? ਯੂਰਪੀਅਨ। ਨਾ ਯੂਰਪੀਅਨ ਕਿਹੜੀ ਸਾਊਂਡ ਆ ਰਹੀ ਹੈ? य ਦੀ, ਵਾਈ ਦੀ, ਐਂਡ ਵਾਈ ਇਜ਼ ਅ ਕੌਨਸੋਨੈਂਟ, ਇਸ ਕਰਕੇ ਇੱਥੇ ਵੀ ਕੀ ਆਏਗਾ? ਯੈਸਟਰਡੇ ਅ ਯੂਰਪੀਅਨ called at my office. Yesterday a European called at my office. Next देखो which is again superlative and longest. Therefore which is the longest river in India? Which is the longest river in India? Next देखो the children found dash egg in the nest. So the children found, ਉਹਨਾਂ ਨੂੰ so translate ਕਰਕੇ ਦੇਖ ਲਓ ਕਿ ਜਿਸ ਤਰ੍ਹਾਂ ਬੱਚੇ ਸ਼ਰਾਰਤਾਂ ਕਰਦੇ, ਕਿਊਰੀਅਸ ਹੁੰਦੇ ਆ। ਸੋ ਉਹਨਾਂ ਨੇ ਘੌਂਸਲਾ ਦੇਖਿਆ ਤੇ ਦੇ ਫਾਊਂਡ ਐਨ ਐਗ। ਦ ਚਿਲਡਰਨ ਫਾਊਂਡ ਐਨ ਐਗ ਇਨ ਦ ਨੈਸਟ। ਹੈਵ ਯੂ ਨੈਵਰ ਸੀਨ, ਕੀ ਤੁਸੀਂ ਕਦੀ ਹਾਥੀ ਨਹੀਂ ਦੇਖਿਆ? ਹੈਵ ਯੂ ਨੈਵਰ ਸੀਨ ਐਨ ਐਲੀਫੈਂਟ। ਈ ਐ ਦੀ ਸਾਊਂਡ ਹੈਗੀ ਹੈ, ਕਲੀਅਰ? ਔਰ ਇਹ ਕੀ ਹੈ? ਵਾਵਲ ਸਾਊਂਡ ਹੈ। ਕਾਲੀਦਾਸ ਇਜ਼ ਦ ਸ਼ੇਕਸਪੀਅਰ ਆਫ ਇੰਡੀਆ। ਇਹਨੂੰ ਵੀ ਹੁਣ ਯਾਦ ਕਰੋ। ਜਦੋਂ ਆਪਾਂ ਕਹਿੰਦੇ ਹਾਂ ਕਿ ਕਾਲੀਦਾਸ ਜਿਹੜਾ ਕਿ ਇੱਕ बहुत ही मशहूर कवि होया इंडिया का, क्लीयर? ਉਹਦੀ ग्रेटनैस ਨੂੰ ਆਪਾਂ ਕਿਹਦੇ ਨਾਲ ਕੰਪੇਅਰ ਕਰ ਰਹੇ ਹਾਂ? विद द ग्रेटनैस ऑफ शेक्सपीयर। सो ਆਪਾਂ ਕੀ ਕਹਿੰਦੇ ਆ ਕਿ ਕਾਲੀਦਾਸ ਤਾਂ ਇੰਡੀਆ ਦਾ ਸ਼ੇਕਸਪੀਅਰ ਹੈ। ਸੋ ਅਦਰਵਾਈਜ਼ ਆਪਾਂ ਪ੍ਰੋਪਰ ਨਾਊਨਸ ਦੇ ਅੱਗੇ ਆਪਾਂ ਦ ਨਹੀਂ ਲਗਾਉਂਦੇ। ਸੋ ਸ਼ੇਕਸਪੀਅਰ ਇਜ਼ ਅ ਪ੍ਰੋਪਰ ਨਾਊਨ, एक खास नाम है, किसी का नाम हैगा, किसी के नाम के अगे आप द नहीं लगाते, पर इस केस च लगावांगे जो आप की कहने कि कालीदास का शेक्सपीयर हैगा इंडिया का। सो शेक्सपीयर के अगे फिर की लगूगा? द लगूगा। इसी तरह नैक्सट देखो शी इज़ MA। आप की कहना चाहते हैं कि उन्हें MA की हुई है। सो इत्थे की आएगा? MA। सो M अदरवाइज की एक कॉन्सोनेंट है, पर आप उच्चारण बोल के देखना है। ए शी इज़ एन MA। सो ए इज़ अ vowel only, therefore she is an MA. She is an MA. Mr. Sethi is a lawyer। क्लियर? क्योंकि है एक वकील है। सो इत्थे is a lawyer। Mr. Sethi एक वकील है। Clear? Now I hope these are clear. So now I make an end here.